ਗੁਹਰਾ ਉਤਰਿਓ ਕੋਠੇ ਗ੍ਰਾਮ ਤੇ ਵਹਿਰ ਸਾਇਨ ਜੇ ਸੰਗ ਸੇਵਾ ਸਭ ਵਿਦ ਕੀ ਕਰੀ ਪ੍ਰੀਤੀਏ ਭਾਰ ਉਮੰਗ ਉਤਰਿਓ ਕੋਠੇ ਗ੍ਰਾਮ ਤੇ ਵਹਿਰ ਸਾਇਨ ਜੇ ਸੰਗ ਸੇਵਾ ਸਭ ਵਿਦ ਕੀ ਕਰੀ ਪ੍ਰੀਤੀਏ ਭਾਰ ਉਮੰਗ। ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਨੇ ਜਿਸ ਵੇਲੇ ਪ੍ਰੀਤੀ ਚੰਦ ਜਿਹੜਾ ਹੈ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਈਰਖਾ ਕਰਦਾ ਹੈ, ਵੈਰ ਕਰਾਉਂਦਾ ਹੈ, ਆਪਣੇ ਮਨ ਦੀ ਇੱਛਾ ਦੀ ਪੂਰਤੀ ਹਿੱਤ ਗੁਰੂ ਬਣ ਕੇ ਵੇਖਣ ਦੀ ਜਿਹੜੀ ਇਹਦੇ ਮਨ ਦੇ ਵਿੱਚ ਪ੍ਰਬਲ ਇੱਛਾ ਹੈ, ਉਸ ਇੱਛਾ ਨੂੰ ਪੂਰੀ ਕਰਨ ਵਾਸਤੇ ਇਹਨੇ ਉਸ ਵੇਲੇ ਦੀ ਹਕੂਮਤ ਦਾ ਸਾਥ ਲੈਣ ਦਾ ਯਤਨ ਕੀਤਾ ਹੈ। ਸੁਰੀ ਖਾਨ ਪ੍ਰੀਤੀ ਚੰਦ ਦਾ ਬਹੁਤ ਪੁਰਾਣਾ ਮਿੱਤਰ ਹੈ। ਸੁਰੀ ਖਾਨ ਪ੍ਰੀਤੀ ਚੰਦ ਨੂੰ ਗੁਰੂ ਮੰਨਦਾ ਹੈ। ਪ੍ਰੀਤੀ ਚੰਦ ਜਿਹੜਾ ਹੈ ਇਹ ਵੀ ਸੁਰੀ ਖਾਨ ਦਾ ਬਹੁਤ ਸਤਿਕਾਰ ਕਰਦਾ ਹੈ। ਸੁਰੀ ਖਾਨ ਨੂੰ ਪ੍ਰੀਤੀ ਚੰਦ ਨੇ ਇੱਕ ਚਿੱਠੀ ਲਿਖੀ ਹੈ ਕਿ ਤੂੰ ਪੰਜਾਬ ਦੀ ਧਰਤੀ ਤੇ ਆ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਖਤਮ ਕਰ ਤੇ ਮੈਨੂੰ ਗੁਰਤਾ ਗੱਦੀ ਤੇ ਬਿਠਾਉਣਾ ਕਰ। ਮੈਂ ਗੁਰੂ ਬਣ ਕੇ ਬੈਠਾਂਗਾ ਤੇ ਤੈਨੂੰ ਵੀ ਬਹੁਤ ਸਾਰਾ ਧਨ ਦੌਲਤ ਤੇ ਇਨਾਮ ਦੇਵਾਂਗਾ। ਪ੍ਰੀਤੀ ਚੰਦ ਦੀ ਸੁਰੀ ਖਾਨ ਦੇ ਨਾਲ ਮਿੱਤਰਤਾ ਹੈ। ਆਪਣੇ ਮਿੱਤਰ ਦੀ ਮਦਦ ਕਰਨ ਹਿੱਤ ਸੁਰੀ ਖਾਨ ਇਤਿਹਾਸਕਾਰ ਕਹਿੰਦੇ ਨੇ ਦਿੱਲੀ ਦੀ ਧਰਤੀ ਤੋਂ ਤੁਰਦਾ ਹੈ, ਪੰਜਾਬ ਪਹੁੰਚਦਾ ਹੈ। ਪੰਜਾਬ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਇੱਕ ਕੋਠਾ ਪਿੰਡ ਜਿਹੜਾ ਪ੍ਰੀਤੀ ਚੰਦ ਨੇ ਵਸਾਇਆ ਹੋਇਆ ਹੈ। ਹਾਲਾਂਕਿ ਬਹੁਤੇ ਇਤਿਹਾਸਕਾਰ ਮੰਨਦੇ ਨੇ ਕਿ ਇਹ ਜਿਹੜਾ ਸੁਰੀ ਖਾਨ ਹੈ ਇਹ ਪ੍ਰੀਤੀ ਚੰਦ ਨੂੰ ਲਾਹੌਰ ਦੇ ਵਿੱਚ ਇੱਕ ਇਹਰ ਪਿੰਡ ਹੈ ਉੱਥੇ ਮਿਲਦਾ ਹੈ। ਪਰ ਉਹ ਵਿਚਾਰ ਸੁਰੀ ਖਾਨ ਪ੍ਰੀਤੀ ਚੰਦ ਦੇ ਪਿੰਡ ਦੇ ਬਾਹਰ ਡੇਰਾ ਲਾ ਕੇ ਬੈਠਦਾ ਹੈ। ਇਹਦੇ ਨਾਲ ਬਹੁਤ ਸਾਰੀ ਸੈਨਾ ਹੈ, ਬਹੁਤ ਸਾਰੇ ਇਹਦੇ ਸਿਪਾਹੀ ਨੇ। ਪ੍ਰੀਤੀ ਚੰਦ ਨੇ ਬੜੇ ਉਤਸ਼ਾਹ ਦੇ ਨਾਲ ਸੁਰੀ ਖਾਨ ਦੀ ਹਰ ਪ੍ਰਕਾਰ ਦੀ ਸੇਵਾ ਕੀਤੀ ਹੈ। ਚੌਪਈ ਜਾਪਤ ਖੇਤ ਦਰਬ ਲੈ ਪਇਓ ਜਾਇ ਸੁਨੇਰੇ ਪ੍ਰਾਪਤ ਭਇਓ। ਪ੍ਰੀਤੀ ਚੰਦ ਸੁਰੀ ਖਾਨ ਦੀ ਪ੍ਰਾਹੁਣਚਾਰੀ ਲਈ ਉਹਦਾ ਸਤਿਕਾਰ ਕਰਨ ਹਿੱਤ ਬਹੁਤ ਸਾਰਾ ਧਨ ਲੈ ਕੇ ਗਿਆ। ਸੁਰੀ ਖਾਨ ਦੇ ਡੇਰੇ ਵਿੱਚ ਪ੍ਰਵੇਸ਼ ਕੀਤਾ ਹੈ। ਔਰ ਤਮ ਕੋ ਮੈਂ ਮਿਲ ਕੈਸੋ ਦਇਓ ਗੁਰ ਕਰ ਕੁਲ ਕਾ ਭਾਗਤ ਭਇਓ। ਤੰਬੂ ਵਿੱਚ ਪ੍ਰੀਤੀ ਚੰਦ ਸੁਰੀ ਖਾਨ ਨੂੰ ਮਿਲਦਾ ਹੈ। ਬਹੁਤ ਸਾਰਾ ਧਨ ਸੁਰੀ ਖਾਨ ਨੂੰ ਦਿੱਤਾ ਜਾਂਦਾ ਹੈ ਤੇ ਪ੍ਰੀਤੀ ਚੰਦ ਸੁਰੀ ਖਾਨ ਨੂੰ ਕਹਿੰਦੇ ਕਿ ਇਹ ਧਨ ਗੁਰੂ ਘਰ ਦਾ ਪ੍ਰਸ਼ਾਦ ਹੈ, ਇਹਨੂੰ ਪ੍ਰਵਾਨ ਕਰ। ਕਿਉਂਕਿ ਜਿਹੜਾ ਝੂਠਾ ਬੰਦਾ ਹੈ ਉਹ ਆਪਣੀ ਵਡਿਆਈ, ਆਪਣੀ ਉਸਤਤ ਵਾਸਤੇ, ਆਪਣੀ ਮਹਿਮਾ ਕਰਾਉਣ ਵਾਸਤੇ ਸਰਕਾਰ ਦਾ, ਹਕੂਮਤ ਦਾ ਸਹਿਯੋਗ ਲੈਂਦਾ ਹੈ। ਫਿਰ ਹਕੂਮਤ ਦੇ ਜਿਹੜੇ ਕਰਿੰਦੇ ਨੇ, ਹਕੂਮਤ ਦੇ ਜਿਹੜੇ ਆਗੂ ਨੇ, ਉਹ ਇਸ ਤਰ੍ਹਾਂ ਦੇ ਬੰਦਿਆਂ ਨੂੰ ਗਲਤ ਢੰਗ ਨਾਲ ਵਰਤਦੇ ਨੇ। ਉਹ ਵਿਚਾਰ ਸੁਰੀ ਖਾਨ ਅੱਗੋਂ ਕਹਿੰਦਾ ਹੈ, ਸੁਰੀ ਕਹੇ ਸਭ ਕਿਰਪਾ ਤੁਮਾਰੀ ਕਿਉਂ ਧਨ ਤਰਿਓ ਸੁਣ ਆਏ ਅਗਾਰੀ। ਸੁਰੀ ਖਾਨ ਕਹਿੰਦਾ ਹੈ ਪ੍ਰੀਤੀ ਚੰਦ ਮੇਰੇ ਤੇ ਤੁਹਾਡੀ ਪਹਿਲਾਂ ਹੀ ਬਹੁਤ ਕਿਰਪਾ ਹੈ, ਕਿਉਂਕਿ ਉਹਦੇ ਵਾਸਤੇ ਪ੍ਰੀਤੀ ਚੰਦ ਗੁਰੂ ਹੈ।
ਕਹਿੰਦੇ ਮੇਰੇ ਅੱਗੇ ਤੁਸੀਂ ਇਹ ਧਨ ਕਿਉਂ ਰੱਖਿਆ? ਮੈਨੂੰ ਇਸ ਧਨ ਦੀ ਲੋੜ ਨਹੀਂ। ਨਹੀਂ ਰੇਤ ਪਰ ਬਸ ਜਿਨ ਦੀਨੋ, ਸੇਵਾ ਤੇ ਪ੍ਰਸੰਨ ਹੱਥ ਕੀਨੋ। ਕਹਿੰਦੇ ਸੁਲਹੀ ਖਾਨ ਧਨ ਨਹੀਂ ਸੀ ਲੈਂਦਾ। ਪ੍ਰਿਥੀ ਚੰਦ ਨੇ ਮੱਲੋ ਜੋਰੀ ਉਹਨੂੰ ਧਨ ਦਿੱਤਾ। ਪ੍ਰਿਥੀ ਚੰਦ ਸੁਲਹੀ ਖਾਨ ਤੇ ਉਹਦੇ ਸੇਵਕਾਂ ਦੀ ਬਹੁਤ ਸੇਵਾ ਕਰਦਾ ਹੈ। ਸੁਲਹੀ ਖਾਨ ਨੂੰ ਇਹਨੇ ਬਹੁਤ ਪ੍ਰਸੰਨ ਕੀਤਾ ਹੈ। ਮਸਲਤ ਰਿਤ ਇਕੰਤ ਹੋਏ ਵੈਸੇ, ਕਰ ਦਿੱਤੀਆ ਅਬ ਕਰੇ ਉਹ ਕੈਸੇ। ਫਿਰ ਇਹ ਦੋਵੇਂ ਜਾਣੇ ਬੈਠ ਕੇ ਸਲਾਹ ਮਸ਼ਵਰਾ ਕਰਦੇ ਨੇ। ਪ੍ਰਿਥੀ ਚੰਦ ਪੁੱਛਦਾ ਸੁਲਹੀ ਖਾਨ, ਹੁਣ ਦੱਸ ਕਿਵੇਂ ਕਰਨੀ ਹੈ? ਦਿਨ ਪ੍ਰਤ ਧਨੀ ਅਧਿ ਕਰੇ ਹੋਵਾ, ਖਰਚੋ ਬਹੁ ਸੁਤ ਵਿਆਹ ਸੰਜੋਵਾ। ਪ੍ਰਿਥੀ ਚੰਦ ਕਹਿੰਦਾ ਮੇਰਾ ਦੁਸ਼ਮਣ ਦਿਨੋਂ ਦਿਨ ਧਨਵਾਨ ਹੁੰਦਾ ਜਾ ਰਿਹਾ ਹੈ। ਇਹ ਦੁਸ਼ਮਣ ਪ੍ਰਿਥੀ ਚੰਦ ਦਾ ਕੌਣ ਹੈ? ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਇਹ ਆਪਣਾ ਦੁਸ਼ਮਣ ਦੱਸਦਾ ਹੈ। ਕਹਿੰਦਾ ਦਿਨੋਂ ਦਿਨ ਮੇਰੇ ਦੁਸ਼ਮਣ ਦੀ ਜਿਹੜੀ ਆਰਥਿਕ ਹਾਲਤ ਹੈ ਉਹ ਚੰਗੀ ਹੋ ਰਹੀ ਹੈ, ਉਹ ਧਨਵਾਨ ਹੁੰਦਾ ਜਾ ਰਿਹਾ ਹੈ। ਪੁੱਤਰ ਦਾ ਉਹਨੇ ਵਿਆਹ ਕੀਤਾ ਤੇ ਬਹੁਤ ਖਰਚਾ ਕੀਤਾ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਾਦੀ ਦਾ ਜ਼ਿਕਰ ਕਰਦਾ ਹੈ। ਕਹਿੰਦਾ ਗੁਰੂ ਅਰਜਨ ਸਾਹਿਬ ਜੀ ਦੇ ਬਾਬਤ ਕਹਿੰਦੇ ਉਹਨਾਂ ਨੇ ਆਪਣੇ ਪੁੱਤਰ ਦਾ ਵਿਆਹ ਕੀਤਾ ਤੇ ਬਹੁਤ ਧਨ ਖਰਚਿਆ ਹੈ। ਸ਼ਾਹ ਤਰਾਸ ਵੀ ਨਾ ਹੈ ਨਾ ਮਾਨੇ, ਉਮਰਾਵਣ ਕੋ ਕਛੂ ਨਾ ਜਾਣੇ। ਕਹਿੰਦੇ ਉਹਦੇ ਬਾਦਸ਼ਾਹ ਦਾ ਵੀ ਡਰ ਨਹੀਂ ਮੰਨਦਾ, ਰਾਜ ਅਧਿਕਾਰੀਆਂ ਨੂੰ ਤੇ ਕੱਖ ਸਮਝਦਾ ਹੀ ਨਹੀਂ। ਗੁਰੂ ਅਰਜਨ ਸਾਹਿਬ ਜੀ ਦੇ ਬਾਰੇ ਇਸ ਤਰ੍ਹਾਂ ਦੇ ਬਚਨ ਕਹਿੰਦੇ, ਸ਼ਾਹ ਦੀਵਾਨ ਸੁਤਾ ਕੋ ਨਾਤਾ, ਮੋਰਿਓ ਕਹਿ ਕੁਕਰ ਬਖਿਆਤਾ। ਤੇ ਪ੍ਰਿਥੀ ਚੰਦ ਸੁਲਹੀ ਖਾਨ ਨੂੰ ਕਹਿੰਦਾ ਬਾਦਸ਼ਾਹ ਦੇ ਦੀਵਾਨ ਚੰਦੂ ਉਹਨੂੰ ਕੁੱਤਾ ਕਹਿ ਕੇ ਉਹਦੀ ਲੜਕੀ ਦਾ ਰਿਸ਼ਤਾ ਗੁਰੂ ਅਰਜਨ ਸਾਹਿਬ ਨੇ ਮੋੜ ਦਿੱਤਾ ਹੈ, ਜਿਹੜੀ ਗੱਲ ਸਾਰੇ ਸੰਸਾਰ ਵਿੱਚ ਹੁਣ ਪ੍ਰਸਿੱਧ ਹੋ ਚੁੱਕੀ ਹੈ। ਮੋਹਿ ਅਚਰਜ ਹੋਏ ਤਿਸ ਦੇਖੇ, ਸਭ ਸੋ ਕਰੇ ਹੰਕਾਰ ਨਿਸ਼ਿਖੇ। ਹੁਣ ਪ੍ਰਿਥੀ ਚੰਦ ਕਹਿੰਦਾ ਮੈਨੂੰ ਤੇ ਹੈਰਾਨੀ ਹੁੰਦੀ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੇ ਬਾਰੇ ਕਹਿੰਦਾ ਉਹਨੂੰ ਤੇ ਬਹੁਤ ਜ਼ਿਆਦਾ ਹੰਕਾਰ ਹੋ ਗਿਆ ਹੈ, ਉਹ ਤੇ ਕਿਸੇ ਦੀ ਪਰਵਾਹ ਹੀ ਨਹੀਂ ਕਰਦਾ। ਅਬ ਲਓ ਰੋਮਨ ਬੰਕੋ ਕੋਵਾ, ਬਦਤ ਪ੍ਰਤਾਪ ਅਧਿਕ ਹੀ ਜੋਵਾ। ਕਹਿੰਦਾ ਅਜੇ ਤੱਕ ਉਹਦਾ ਵਾਲ ਨਿੱਘਾ ਨਹੀਂ ਹੋਇਆ, ਉਹਦਾ ਤੇਜ ਪ੍ਰਤਾਪ ਵਧੇਰੇ ਵੱਧਦਾ ਜਾ ਰਿਹਾ ਹੈ ਤੇ ਉਹਦੇ ਮਨ ਵਿੱਚ ਬੜਾ ਹੰਕਾਰ ਹੈ। ਗੁਰੂ ਅਰਜਨ ਸਾਹਿਬ ਜੀ ਦੇ ਬਾਰੇ ਐਸੇ ਬੋਲ ਬੋਲਦਾ ਹੈ, ਹਾਲਾਂਕਿ ਪ੍ਰਿਥੀ ਚੰਦ ਆਪ ਹਉਮੈ ਹੰਕਾਰ ਈਰਖਾ ਨਫ਼ਰਤ ਵੈਰ ਦਵੈਸ਼ ਦਾ ਭਰਿਆ ਹੋਇਆ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਰੋਗੀ ਕਹਿ ਭਾਣੈ ਸਭ ਰੋਗੀ। ਜਿਹਨੂੰ ਆਪ ਰੋਗ ਲੱਗਾ ਹੋਇਆ ਹੈ ਉਹਦੇ ਵਾਸਤੇ ਸਾਰੇ ਰੋਗੀ। ਸੁਨ ਸੁਲਹੀ ਨੇ ਧੀਰਜ ਦੀਨੋ, ਸ਼ਾਹ ਸੰਗ ਆਪ ਕਹਿ ਲੀਨੋ। ਸੁਲਹੀ ਖਾਨ ਪ੍ਰਿਥੀ ਚੰਦ ਨੂੰ ਧੀਰਜ ਦਿੰਦਾ, ਕਹਿੰਦਾ ਤੂੰ ਚਿੰਤਾ ਨਾ ਕਰ, ਮੈਂ ਆਉਣ ਲੱਗਿਆ ਬਾਦਸ਼ਾਹ ਜਹਾਂਗੀਰ ਦੇ ਨਾਲ ਗੱਲ ਕਰ ਰਹੀ ਸੀ। ਬਹੁਰ ਚੰਦ ਕੋ ਸਕਲ ਜਨਾਈ, ਸ਼ਾਹ ਸਮੀਪੀ ਰਹੇ ਸਹਾਈ। ਫਿਰ ਕਹਿੰਦਾ ਮੈਂ ਚੰਦੂ ਨੂੰ ਵੀ ਸਾਰੀ ਗੱਲ ਦੱਸ ਆਇਆ, ਉਹ ਬਾਦਸ਼ਾਹ ਦੇ ਨੇੜੇ ਰਹਿੰਦਾ ਹੈ, ਉਹ ਸਹਾਇਕ ਬਣੇਗਾ। ਗੁਰੂ ਅਰਜਨ ਸਾਹਿਬ ਜੀ ਦੇ ਬਾਰੇ ਚੰਦੂ ਜਹਾਂਗੀਰ ਦੇ ਬਹੁਤ ਕੰਨ ਭਰਦਾ, ਚੁਗਲੀਆਂ ਕਰਦਾ, ਝੂਠੀਆਂ ਗੱਲਾਂ ਜਿਹੜੀਆਂ ਕਹਿ ਕੇ ਜਹਾਂਗੀਰ ਨੂੰ ਚੁੱਕਦਾ ਸੀ। ਪਹੁੰਚਦਈ ਸ਼ਰਜਣ ਅਰਜਨ ਕਹਿ ਲੈ ਤਾਂ, ਕਰ ਬੰਧਨ ਕਰ ਦੁਰਗ ਗਿਰੈ ਹਉ। ਸੁਲਹੀ ਖਾਨ ਕਹਿੰਦਾ ਮੈਂ ਅੰਮ੍ਰਿਤਸਰ ਪਹੁੰਚਣ ਸਾਰ ਹੀ ਗੁਰੂ ਅਰਜਨ ਸਾਹਿਬ ਨੂੰ ਪਕੜ ਦੇਵਾਂਗਾ, ਬੰਨ੍ਹ ਕੇ ਕੈਦ ਕਰਾਂਗਾ, ਕਿਸੇ ਕਿਲੇ ਵਿੱਚ ਸੁੱਟ ਦੇਵਾਂਗਾ। ਇੱਕ ਦੋਏ ਮਾਸ ਰੱਖੋਂ ਬਿਦ ਐਸੇ, ਹਰ ਲੈ ਨਰ ਗਨ ਕਹਿ ਤੈਸੇ। ਕਹਿੰਦਾ ਫਿਰ 1-2 ਮਹੀਨੇ ਉਹਨਾਂ ਨੂੰ ਕੈਦ ਵਿੱਚ ਰੱਖਾਂਗਾ। ਇਹਨੇ ਚਿਰ ਨੂੰ ਸਾਰੇ ਲੋਕਾਂ ਨੂੰ ਵੀ ਵੇਖ ਲਵਾਂਗਾ ਕੀ ਕੀ ਕਹਿੰਦੇ ਨੇ, ਲੋਕਾਂ ਦੀਆਂ ਗੱਲਾਂ ਵੀ ਸੁਣਾਂਗਾ ਕਿ ਲੋਕ ਕੀ ਸੋਚਦੇ ਨੇ। ਜਦ ਮਿਟ ਜਾਏ ਕਹਿਣ ਤੇ ਬ੍ਰਿੰਦ, ਰੁਖ ਲੱਗ ਲੈ ਹੋ ਸ਼ਾਹ ਮਿਲਿੰਦ। ਕਹਿੰਦਾ ਜਦੋਂ ਲੋਕ ਗੱਲਾਂ ਕਰਨੋਂ ਹਟ ਜਾਣਗੇ, ਕਿਉਂਕਿ ਜਦੋਂ ਏਡੇ ਵੱਡੇ ਮਹਾਂਪੁਰਖ ਨੂੰ ਕੈਦ ਕਰਨਾ ਹੈ ਤੇ ਲੋਕਾਂ ਨੇ ਵਿਰੋਧ ਕਰਨਾ ਹੈ, ਕਹਿੰਦੇ ਲੋਕ ਚੁੱਪ ਹੋਣਗੇ, ਫਿਰ ਮੈਂ ਬਾਦਸ਼ਾਹ ਨਾਲ ਗੱਲ ਕਰਕੇ ਉਹਦਾ ਵੀ ਰੁਖ ਵੇਖਾਂਗਾ ਕਿ ਉਹ ਕੀ ਆਖਦਾ ਹੈ।
ਤੇ ਪਾਸ਼ਾ ਹੋਏ ਕੈਦ ਮਝਾਰੀ, ਕਹਿ ਇਹ ਸੋ ਤਬ ਦੇ ਦੈ ਕਉ ਮਾਰੀ। ਉਸ ਤੋਂ ਬਾਅਦ ਕਹਿੰਦੇ ਜਦੋਂ ਗੁਰੂ ਅਰਜਨ ਸਾਹਿਬ ਕੈਦ ਵਿੱਚ ਹੋਣਗੇ ਤੇ ਕਿਸੇ ਨੂੰ ਕਹਿ ਕੇ ਗੁਰੂ ਅਰਜਨ ਸਾਹਿਬ ਨੂੰ ਮਰਵਾ ਦੇਵਾਂਗਾ, ਇਸ ਤਰ੍ਹਾਂ ਤੇਰਾ ਇਹ ਕੰਮ ਮੈਂ ਜ਼ਰੂਰ ਕਰਾਂਗਾ। ਤੋਹੇ ਬਣਿਆ ਗੁਰ ਜਗ ਕੇਰਾ, ਚਾਹੁੰਦੇ ਸਤੇ ਤਨ ਮਿਲੇ ਕਨੇਰਾ। ਤੇ ਸੁਲਹੀ ਖਾਨ ਪ੍ਰਿਥੀ ਚੰਦ ਨੂੰ ਕਹਿੰਦਾ ਮੈਂ ਤੁਹਾਨੂੰ ਜਗਤ ਦਾ ਗੁਰੂ ਬਣਾਵਾਂਗਾ, ਚਾਰੇ ਪਾਸਿਆਂ ਤੋਂ ਬੇਸ਼ੁਮਾਰ ਤੁਹਾਨੂੰ ਧਨ ਮਿਲੇਗਾ। ਸੰਗਤ ਸਕਲ ਪਾਈ ਤੋਂ ਉੱਚੇ, ਸੁਤ ਜੁਤ ਰਹਿਣ ਦਿਓ ਨਹਿ ਦੂਜੇ। ਕਹਿੰਦੇ ਦੂਸਰਾ ਸਾਰੀ ਸੰਗਤ ਤੁਹਾਡੇ ਪੈਰਾਂ ਨੂੰ ਪੂਜੇਗੀ। ਪੁੱਤਰ ਸਮੇਤ ਭਾਵ ਗੁਰੂ ਅਰਜਨ ਸਾਹਿਬ ਜੀ ਦਾ ਪੁੱਤਰ ਤੇ ਗੁਰੂ ਅਰਜਨ ਸਾਹਿਬ ਜੀ ਦਾ ਭਰਾ ਭਾਵ ਬਾਬਾ ਮਹਾਦੇਵ, ਕਹਿੰਦੇ ਉਹਨਾਂ ਨੂੰ ਵੀ ਮੈਂ ਰਹਿਣ ਨਹੀਂ ਦੇਵਾਂਗਾ, ਉਹਨਾਂ ਨੂੰ ਵੀ ਖਤਮ ਕਰ ਦੇਵਾਂਗਾ। ਨਿਜ ਬਲ ਤਬੇ ਸਫਲਤਾ ਪਾ, ਤਵ ਰਿਪ ਸੁਤ ਜੁਤ ਜਪ ਕਰਵਾਉ। ਤੇ ਸੁਲਹੀ ਖਾਨ ਪ੍ਰਿਥੀ ਚੰਦ ਨੂੰ ਕਹਿੰਦੇ ਜਦ ਤੁਹਾਡੇ ਦੁਸ਼ਮਣ ਨੂੰ ਪੁੱਤਰ ਸਮੇਤ ਮਰਵਾ ਦੇਵਾਂਗਾ ਨਾ, ਤਾਂ ਦੀ ਮੈਂ ਆਪਣੇ ਜ਼ੋਰ ਦੀ ਸਫਲਤਾ ਸਮਝਾਂਗਾ, ਤਾਂ ਦੀ ਮੈਂ ਸਮਝਾਂਗਾ ਕਿ ਮੇਰੇ ਵਿੱਚ ਕੋਈ ਤਾਕਤ ਹੈ। ਨਾਹੀਂ ਤਤਿਕ ਜੀਵਨ ਹੈ ਮੇਰਾ, ਦੀਆ ਸਖਾ ਕੋ ਸੁਖ ਨਾ ਵਡੇਰਾ। ਕਹਿੰਦੇ ਜਿਵੇਂ ਆਪਣੇ ਮਿੱਤਰ ਸੁਲਹੀ ਖਾਨ ਕਹਿੰਦੇ ਜੇ ਮੈਂ ਆਪਣੇ ਮਿੱਤਰ ਨੂੰ ਸੁੱਖ ਹੀ ਨਹੀਂ ਦੇ ਸਕਿਆ, ਫਿਰ ਮੇਰਾ ਜੀਣ ਦਾ ਕੀ ਲਾਭ ਹੈ। ਲਾਹਨਤ ਹੈ ਮੇਰੇ ਜੀਣ ਤੇ ਜੇ ਮੈਂ ਆਪਣੇ ਮਿੱਤਰ ਨੂੰ ਸੁੱਖ ਨਾ ਦਿੱਤਾ। ਭਾਵ ਕਹਿੰਦਾ ਪ੍ਰਿਥੀ ਚੰਦ ਤੈਨੂੰ ਜ਼ਰੂਰ ਗੁਰੂ ਬਣਾਵਾਂਗਾ, ਜੇ ਮੈਂ ਤੈਨੂੰ ਗੁਰੂ ਨਾ ਬਣਾ ਸਕਿਆ ਤੇ ਫਿਰ ਮੇਰਾ ਸੰਸਾਰ ਤੇ ਜੀਣ ਦਾ ਕੀ ਹੱਕ ਹੈ। ਗਹਿਣ ਤਿਸੈ ਪੂਰਬ ਅਮਿਲਖਾ, ਗਇਓ ਵਿਡਾੜੀ ਮੈਂ ਤਬ ਰਾਖਾ। ਸੁਲਹੀ ਖਾਨ ਕਹਿੰਦੇ ਪਹਿਲਾਂ ਵੀ ਮੈਂ ਗੁਰੂ ਅਰਜਨ ਸਾਹਿਬ ਨੂੰ ਫੜਨਾ ਚਾਹੁੰਦਾ ਸੀ, ਪਰ ਉਸ ਵੇਲੇ ਉਹ ਵਿਡਾੜੀ ਜਾ ਚਲੇ ਗਏ, ਬਚਾਅ ਹੋ ਗਿਆ। ਨਾਹੇ ਤਕ ਕਰਤ ਕਾਜ ਜਬ ਸਾਰਾ, ਅਬ ਲੋ ਤੋ ਕਬੀ ਕੋ ਮਾਰਾ। ਕਹਿੰਦਾ ਨਹੀਂ ਤੇ ਉਦੋਂ ਹੀ ਮੈਂ ਉਹਨਾਂ ਨੂੰ ਫੜ ਕੇ ਮਾਰ ਦੇਣਾ ਸੀ, ਸਾਰਾ ਕੰਮ ਉਦੋਂ ਦਾ ਨਿਬੜ ਜਾਣਾ ਸੀ। ਤੋਰੀ ਬਾਤ ਨ ਚੰਦੁ ਜਨਾਈ, ਰਿਬ ਮਾਰੇ ਤਬ ਦਿਓ ਮਿਲਾਈ। ਸੁਲਹੀ ਖਾਨ ਕਹਿੰਦੇ ਤੁਹਾਡੇ ਵੈਰ ਬਾਰੇ ਚੰਦੂ ਨੂੰ ਕੋਈ ਗੱਲ ਨਹੀਂ ਦੱਸੀ ਮੈਂ ਅਜੇ, ਦੁਸ਼ਮਣ ਨੂੰ ਮਾਰ ਦੇਵਾਂ, ਭਾਵ ਗੁਰੂ ਅਰਜਨ ਸਾਹਿਬ ਜੀ ਨੂੰ ਕਹਿੰਦੇ ਖਤਮ ਕਰ ਦੇਵਾਂ, ਫਿਰ ਤੁਹਾਨੂੰ ਮਿਲਵਾ ਦੇਵਾਂਗਾ ਆਪਸ ਦੇ ਵਿੱਚ। ਸ਼ਾਹ ਸੰਗ ਅਰ ਸੰਗ ਦੀਵਾਨ, ਬਣ ਜਾਏ ਤਬ ਬਾਤ ਮਹਾਨ। ਤਾਂ ਸੁਲਹੀ ਖਾਨ ਕਹਿੰਦਾ ਫਿਰ ਬਾਦਸ਼ਾਹ ਦੇ ਨਾਲ ਤੇ ਦੀਵਾਨ ਚੰਦੂ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗਾ, ਤਦ ਤੱਕ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਬਣ ਜਾਓਗੇ, ਤੁਹਾਡਾ ਵੀ ਰੁਤਬਾ ਉੱਚਾ ਹੋ ਜਾਵੇਗਾ। ਇਹ ਮਸਲਤ ਸੁਣ ਸਦਨ ਸਿਧਾਰਾ, ਸੁਲਹੀ ਸੁਖ ਤਿਉ ਨਿਸਾ ਬੁਝਾਰਾ। ਇਸ ਤਰ੍ਹਾਂ ਦੋਵਾਂ ਨੇ ਬੈਠ ਕੇ ਇਹ ਸਲਾਹ ਮਸ਼ਵਰਾ ਕੀਤਾ। ਪ੍ਰਿਥੀ ਚੰਦ ਆਪਣੇ ਘਰ ਨੂੰ ਚਲੇ ਗਿਆ। ਸੁਲਹੀ ਖਾਨ ਉੱਥੇ ਤੰਬੂ ਦੇ ਵਿੱਚ ਰਾਤ ਸੌਂਦੇ ਰਾਤ ਬਤੀਤ ਕੀਤੀ। ਪ੍ਰਾਤ ਭਈ ਕਰ ਸੌਚ ਇਸ਼ਨਾਨਾ, ਦਿਵਸ ਚਰੇ ਤਿਸ ਨਿਕਟ ਪਿਆਨਾ। ਸਵੇਰ ਹੋਈ, ਪ੍ਰਿਥੀ ਚੰਦ ਉੱਠਿਆ, ਇਸ਼ਨਾਨ ਪਾਣ ਕਰਦੇ, ਦਿਨ ਚੜੇ ਸੁਲਹੀ ਖਾਨ ਦੇ ਕੋਲ ਪਹੁੰਚਦਾ। ਬੈਠ ਗਏ ਉਹ ਤੈ ਸਹਿਜ ਸੁਭਾਏ, ਬਾਤ ਕਹਿਤ ਨਿਜ ਕੋ ਵਡਿਆਏ। ਉਸ ਵੇਲੇ ਕਹਿੰਦੇ ਸਹਿਜ ਸੁਭਾਅ ਪ੍ਰਿਥੀ ਚੰਦ ਸੁਲਹੀ ਖਾਨ ਦੇ ਕੋਲ ਬੈਠਾ ਹੈ, ਆਪਣੇ ਆਪ ਨੂੰ ਵਡਿਆਉਂਦਾ ਗੱਲ ਸ਼ੁਰੂ ਕਰਦਾ। ਕਹਿੰਦਾ ਸੁਣੋ ਸਖਾ ਉਪਕਾਰ ਤਿਹਾਰੋ, ਰਾਮ ਦਿਵਾਇਓ ਬਸੇ ਬੁਝਾਰੋ। ਇਹ ਮੇਰੇ ਮਿੱਤਰ ਤੁਹਾਡੇ ਦੁਆਰਾ ਮੇਰੇ ਤੇ ਕੀਤਾ ਉਪਕਾਰ ਸੁਣੋ। ਤੁਸੀਂ ਹੀ ਮੈਨੂੰ ਇਹ ਪਿੰਡ ਦਿਵਾਇਆ ਸੀ, ਤਾਂ ਹੀ ਮੈਂ ਇਸ ਪਿੰਡ ਦੇ ਵਿੱਚ ਵਸਿਆ। ਔਰ ਸੁਖ ਕੋ ਪਾਈ ਕਰੇ ਉਹ ਨਿਜ ਥਾਨਾ, ਈਨ ਚਨਾਵਣ ਮਰੜ ਮਹਾਨਾ। ਕਹਿੰਦਾ ਮੈਂ ਇਸ ਪਿੰਡ ਦੇ ਵਿੱਚ ਬੜਾ ਸੁੱਖ ਪ੍ਰਾਪਤ ਕੀਤਾ ਹੈ। ਮੈਂ ਆਪਣੇ ਪਿੰਡ ਦੇ ਵਿੱਚ ਆਪਣੇ ਵੱਡੇ ਘਰ ਦੀ ਉਸਾਰੀ ਕੀਤੀ, ਮਹਿਲ ਬਣਵਾਏ, ਵੱਡੇ ਯਤਨ ਤੇ ਲੱਗੇ ਪਚਾਵੇ, ਪਾਕ ਈਟ ਕਾ ਸਦਨ ਬਣਾਵੇ। ਕਹਿੰਦੇ ਬੜੇ ਯਤਨਾਂ ਨਾਲ ਆਵੇ ਲਾਏ ਹੋਏ ਨੇ, ਅਸੀਂ ਇੱਟਾਂ ਪਕਾ ਕੇ ਘਰ ਬਣਾ ਰਹੇ ਹਾਂ। ਕਿਰਪਾ ਠਾਠ ਕਰ ਆਪ ਨਿਹਾਰੋ, ਮੋਹਿ ਆਨੰਦ ਕੋ ਆਪਣ ਵਿਚਾਰੋ। ਤੇ ਪ੍ਰਿਥੀ ਚੰਦ ਸੁਲਹੀ ਖਾਨ ਨੂੰ ਕਹਿੰਦਾ ਕਿ ਤੁਸੀਂ ਕਿਰਪਾ ਕਰਕੇ ਆਓ ਤੇ ਉਹ ਆਵੇ, ਵੇਖੋ ਉਹ ਘਰ ਵੇਖੋ, ਮੇਰੀ ਖੁਸ਼ੀ ਨੂੰ ਆਪਣੀ ਖੁਸ਼ੀ ਜਾਣ ਕੇ ਤੁਸੀਂ ਮੇਰੇ ਨਾਲ ਆਓ, ਮੈਂ ਤੁਹਾਨੂੰ ਆਪਣਾ ਪਿੰਡ ਤੇ ਆਪਣੇ ਆਵੇ ਦਿਖਾਉਂਦਾ।
ਲੋਕ ਵਸਾਏ ਕੀ ਮਿਸਾਲਾ, ਆਏ ਪਿਦਾ ਸਭੋ ਸਭ ਕਾਲਾ। ਕਹਿੰਦੇ ਉੱਥੇ ਬਹੁਤ ਲੋਕ ਉਸ ਪਿੰਡ ਦੇ ਵਿੱਚ ਵਸਦੇ ਨੇ, ਖੇਤੀਬਾੜੀ ਕਰਦੇ ਨੇ, ਹਾੜੀ ਸਾਉਣੀ ਤੇ ਬਹੁਤ ਪੈਦਾਵਾਰ ਹੁੰਦੀ ਹੈ। ਫਿਰ ਕਰਦੇ ਕੋ ਚੜੋ ਤੁਰੰਗ, ਮੈਂ ਚੜ ਚਲੋ ਕਾਲ ਕੇ ਸੰਗ। ਪ੍ਰਿਥੀ ਚੰਦ ਕਹਿੰਦਾ ਕਿ ਤੁਸੀਂ ਘੋੜੇ ਤੇ ਚੜ ਕੇ ਘੁੰਮ ਫਿਰ ਕੇ ਸਾਰੇ ਨਗਰ ਨੂੰ ਵੇਖੋ, ਮੈਂ ਵੀ ਘੋੜੇ ਤੇ ਚੜ ਕੇ ਕੱਲ ਨੂੰ ਤੁਹਾਡੇ ਨਾਲ ਹੀ ਚੱਲਾਂਗਾ ਤੇ ਤੁਹਾਨੂੰ ਆਪਣਾ ਪਿੰਡ ਆਪਣੇ ਆਵੇ ਸਾਰਾ ਕੁਝ ਦਿਖਾਵਾਂਗਾ। ਆਜ ਬਿਕੋ ਮੰਦਰ ਹਰ ਆਵੇ, ਤੁਮੋ ਦਿਖਾਏ ਹਰ ਕੁਝ ਆਵੇ। ਕਹਿੰਦੇ ਅੱਜ ਵੀ ਤੁਸੀਂ ਮੇਰੇ ਨਾਲ ਚੱਲੋ, ਕੱਲ ਨੂੰ ਮੈਂ ਤੁਹਾਨੂੰ ਆਪਣਾ ਘਰ ਵਿਖਾਵਾਂਗਾ, ਆਪਣੇ ਸਾਰੇ ਪਿੰਡ ਦੇ ਘਰ ਵਿਖਾਵਾਂਗਾ। ਪਰ ਅੱਜ ਤੁਸੀਂ ਮੇਰੇ ਨਾਲ ਚੱਲੋ ਤੇ ਜਿਹੜੇ ਅਸੀਂ ਭੱਠੇ ਲਾਏ ਹੋਏ, ਆਵੇ ਲਾਏ ਹੋਏ ਨੇ, ਉਹ ਤੁਹਾਨੂੰ ਦਿਖਾਉਣਾ ਹੈ। ਕਹਿੰਦਾ ਮੈਨੂੰ ਵੀ ਖੁਸ਼ੀ ਮਿਲੇਗੀ। ਇਮ ਸੁਣ ਸੁਲਹੀ ਆਨੰਦ ਧਾਰਾ, ਭਇਓ ਵਿਲੋਕਣ ਕੋ ਤਬ ਤਿਆਰਾ। ਹੁਣ ਇਉਂ ਕਹੀਏ ਕਿ ਸੁਲਹੀ ਖਾਨ ਦਾ ਕਾਲ ਇਹਨੂੰ ਖਿੱਚ ਲਿਆ ਸੀ। ਸੁਲਹੀ ਖਾਨ ਮੰਨ ਗਿਆ, ਪ੍ਰਸੰਨਤਾ ਧਾਰਨ ਕੀਤੀ। ਪ੍ਰਿਥੀ ਚੰਦ ਨੂੰ ਕਹਿੰਦੇ ਜ਼ਰੂਰ ਆਪਾਂ ਆਵੇ ਵੇਖਣ ਚੱਲਾਂਗੇ। ਪੁੱਤਰ ਸਖਾ ਸਗਰੇ ਸੰਗ ਚਾਲੇ, ਵਸਤਰ ਸ਼ਸਤਰ ਤਨ ਪਹਿਰ ਵਿਸਾਲੇ। ਉਸ ਵੇਲੇ ਕਹਿੰਦੇ ਨੇ ਸਰੀਰ ਤੇ ਨੇ ਵਸਤਰ ਸ਼ਸਤਰ ਪਹਿਨ ਲਏ ਨੇ ਸੁਲਹੀ ਖਾਨ ਨੇ। ਆਪਣੇ ਪੁੱਤਰ ਨੂੰ, ਆਪਣੇ ਮਿੱਤਰਾਂ ਨੂੰ ਨਾਲ ਲੈ ਕੇ ਚੱਲ ਪਏ। ਪ੍ਰਿਥੀਏ ਕੋ ਕਰ ਸੋ ਕਰ ਗਇਓ, ਪ੍ਰਥਮ ਕਾਮ ਕੋ ਗ੍ਰਾਮ ਕੋ ਹੀਰਨ ਚਲਿਓ। ਉਸਨੇ ਪ੍ਰਿਥੀ ਚੰਦ ਦੇ ਹੱਥ ਨੂੰ ਹੱਥ ਵਿੱਚ ਫੜਿਆ, ਪਹਿਲਾਂ ਪਿੰਡ ਨੂੰ ਦੇਖਣਾ ਚਾਹਿਆ। ਸਨੇ ਸਨੇ ਅੰਦਰ ਚਲ ਗਏ, ਮੰਦਰ ਸਗਲ ਨਿਹਾਰਤ ਭਏ। ਹੌਲੀ ਹੌਲੀ ਪਿੰਡ ਦੇ ਵਿੱਚ ਪਹੁੰਚੇ ਨੇ, ਸਾਰੇ ਘਰ ਬਾਰ ਬਾਹਰੋਂ ਵੇਖ ਰਹੇ ਨੇ। ਅਨਕ ਭਾਂਤ ਕੀ ਬਾਤਨ ਕਰਤੇ, ਇਤ ਉਤ ਪ੍ਰੇਰਤ ਹੀਰਤ ਫਿਰਤੇ। ਅਨਕ ਪ੍ਰਕਾਰ ਦੀਆਂ ਗੱਲਾਂ ਬਾਤਾਂ ਕਰਦੇ ਇੱਧਰ ਉੱਧਰ ਘੁੰਮਦੇ ਫਿਰਦੇ ਪਿੰਡ ਤੱਕ ਰਹੇ ਸੀ। ਗ੍ਰਾਮ ਦਿਖਾਇਓ ਜਿਤ ਕਬਸਾਇਓ, ਤੈ ਤੇ ਗੁਣ ਬਾਹਰ ਨਿਕਸਾਇਓ। ਕਹਿੰਦੇ ਇਸ ਤਰ੍ਹਾਂ ਜਿੰਨਾ ਕੋ ਪਿੰਡ ਸੀ ਪ੍ਰਿਥੀ ਚੰਦ ਨੇ ਸੁਲਹੀ ਖਾਨ ਨੂੰ ਫਿਰ ਤੁਰ ਕੇ ਦਿਖਾਇਆ। ਫਿਰ ਪਿੰਡੋਂ ਬਾਰ-ਬਾਰ ਨਿਕਲੇ, ਚਲੇ ਬਚਾਵਣ ਕੀ ਦਿਸ ਫੇਰ, ਦੀਖਤ ਲਗੇ ਉੱਚੇ ਢੇਰ। ਫਿਰ ਭੱਠਿਆਂ ਵੱਲ ਤੁਰ ਪਏ ਨੇ, ਜੋ ਇੱਟਾਂ ਦੇ ਉੱਚੇ ਢੇਰ ਦਿਸ ਰਹੇ ਸੀ ਉਹ ਵੇਖੇ। ਪ੍ਰਿਥੀਏ ਕੀ ਸਰਾਹ ਕੋ ਕਰਤਾ, ਉਹ ਮੈਂ ਪ੍ਰੀਤ ਵਿਸਾਲ ਵਿਚਰਤਾ। ਸੁਲਹੀ ਖਾਨ ਪ੍ਰਿਥੀ ਚੰਦ ਦੀ ਸ਼ਲਾਘਾ ਕਰਦਾ ਹੈ ਕਿ ਮੇਰੇ ਦਿਲ ਵਿੱਚ ਤੇਰੇ ਲਈ ਬਹੁਤ ਪਿਆਰ ਹੈ, ਤੂੰ ਮੇਰਾ ਬਹੁਤ ਸਤਿਕਾਰਯੋਗ ਹੈ। ਉਸ ਵੇਲੇ ਕਹਿੰਦੇ ਜਬ ਆਵੇ ਪਰ ਲਗੇ ਅਗੁੱਡਣ, ਨਿਕਟਮੀ ਚ ਆਈ ਤਿਲ ਉੱਡਣ। ਕਹਿੰਦੇ ਜਦੋਂ ਭੱਠੇ ਦੇ ਉੱਤੇ ਚੜ੍ਹਨ ਲੱਗੇ ਤੇ ਉਸ ਮੂਰਖ ਸੁਲਹੀ ਖਾਨ ਦੀ ਮੌਤ ਜਾਨੂੰ ਨੇੜੇ ਆ ਗਈ ਹੋਵੇ। ਪ੍ਰਿਥੀਏ ਕੋ ਪਿਸ਼ਾਬ ਤਬ ਆਇਓ, ਤਿਆਗਣ ਲੱਗਿਓ ਰਹੇ ਪਿਸ਼ਵਾਇਓ। ਕਹਿੰਦੇ ਉਸ ਵੇਲੇ ਪ੍ਰਿਥੀ ਚੰਦ ਨੂੰ ਪਿਸ਼ਾਬ ਆ ਗਿਆ, ਪਿਸ਼ਾਬ ਕਰਨ ਵਾਸਤੇ ਉਹ ਪਿੱਛੇ ਰਹਿ ਗਿਆ। ਸੁਲਹੀ ਨਿਜ ਸੰਗਣ ਸੋ ਕਹੈ, ਚਲੋ ਉਚੇਰੇ ਸਭ ਦਿਸ ਲਹਿ। ਸੁਲਹੀ ਖਾਨ ਆਪਣੇ ਸਾਥੀਆਂ ਨੂੰ ਕਹਿੰਦੇ ਆਓ ਉੱਚੀ ਥਾਂ ਤੇ ਚੱਲ ਕੇ ਦੇਖਦੇ ਹਾਂ, ਜਿੱਥੋਂ ਸਾਰੀਆਂ ਦਿਸ਼ਾਵਾਂ ਨਜ਼ਰ ਆਉਣ, ਉੱਚੀ ਥਾਂ ਤੇ ਚੱਲੀਏ। ਖਰੇ ਪਏ ਚੌਂਦਿਸ ਕੋ ਹੀਰੈ, ਪਹੁੰਚੈ ਦ੍ਰਿਸ਼ਟ ਦੂਰ ਅਰ ਨੀਰੈ। ਉਸ ਵੇਲੇ ਕਹਿੰਦੇ ਆਓ ਉੱਚੀ ਥਾਂ ਤੇ ਪਹੁੰਚੀਏ, ਜਿੱਥੇ ਖੜੇ ਹੋ ਕੇ ਚਾਰੇ ਪਾਸਿਆਂ ਨੂੰ ਦੇਖ ਸਕੀਏ, ਨਜ਼ਰ ਦੂਰ ਨੇੜੇ ਸਾਰੀ ਥਾਂ ਪਹੁੰਚ ਸਕੇ, ਕੋਈ ਐਸੀ ਜਗ੍ਹਾ ਤੇ ਚੱਲੀਏ। ਇਹਨੂੰ ਕਹਿ ਚੜਿਓ ਵੇਗ ਤੇ ਮਾਨੀ, ਨਹਿ ਨੀਕੇ ਤਲਪਿਕ ਅਗਵਾਨੀ। ਇਸ ਤਰ੍ਹਾਂ ਕਹਿੰਦੇ ਕਹਿ ਕੇ ਉਹ ਹੰਕਾਰੀ ਸੁਲਹੀ ਖਾਨ ਘੋੜੇ ਨੂੰ ਤੇਜ਼ੀ ਨਾਲ ਦੌੜਾ ਕੇ ਉੱਚੀ ਥਾਂ ਤੇ ਚੜ੍ਹ ਗਿਆ। ਉਸ ਨੇ ਅੱਗੇ ਚੰਗੀ ਥਾਂ ਦੇਖੀ ਨਹੀਂ ਸੀ, ਪਹਿਲਾਂ ਇਸ ਪਾਸੇ ਆਇਆ ਨਹੀਂ ਸੀ, ਉਹਨੂੰ ਪਤਾ ਨਹੀਂ ਸੀ ਉੱਚੀ ਨੀਵੀਂ ਥਾਂ ਦਾ। ਦੌੜਿਓ ਜਾਤ ਸੰਗ ਸਭ ਲੀਏ, ਇੱਕ ਸਵਾਸ ਚੜ ਹੈ ਅਟਕੀਏ। ਉਹਨੇ ਸਾਰਿਆਂ ਨੂੰ ਨਾਲ ਲੈ ਕੇ ਘੋੜਾ ਦੌੜਾਇਆ, ਹੱਠ ਕਰਕੇ ਇੱਕੋ ਸਾਹ ਭੱਠੇ ਦੇ ਉੱਪਰ ਜਦੋਂ ਚੜ੍ਹਨ ਲੱਗੇ, ਹੋਣ ਹਾਰ ਨੇ ਮੱਤ ਵਿੱਚ ਲਾਈ, ਸਨੇ ਸਨੇ ਨੈ ਕੀਨ ਚੜ੍ਹਾਈ। ਕਹਿੰਦੇ ਹੋਣੀ ਨੇ ਮਨ ਉਹਦੀ ਮੱਤ ਮਾਰ ਦਿੱਤੀ, ਬੁੱਧੀ ਵਿਗੜ ਗਈ। ਹੌਲੀ ਹੌਲੀ ਘੋੜਾ ਭੱਠੇ ਤੇ ਚੜ੍ਹਾਉਣ ਦੀ ਥਾਂ
ਇੱਕਦਮ ਜਦੋਂ ਉਹਨੇ ਦੌੜਾ ਕੇ ਘੋੜੇ ਨੂੰ ਭੱਠੇ ਤੇ ਚੜਾਉਣ ਦਾ ਯਤਨ ਕੀਤਾ ਕਹਿੰਦੇ ਸ਼੍ਰੀ ਅਰਜਨ ਜੀ ਸ਼ਬਦ ਬਣਾਇਓ ਕੀਨੋ ਸ਼ਰਾਬ ਸਮੇਂ ਸੋ ਆਇਓ। ਕਹਿੰਦੇ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਆਖੇ ਸੀ ਕਿ ਸੁਲਹੀ ਖਾਨ ਸਾਡੇ ਤੱਕ ਨਹੀਂ ਪਹੁੰਚ ਸਕੇਗਾ। ਅਕਾਲ ਪੁਰਖ ਨੇ ਜੇ ਚਾਹਿਆ ਤੇ ਉਹਦੀ ਮੌਤ ਹੋ ਜਾਏਗੀ। ਕਹਿੰਦੇ ਉੱਪਰ ਸ਼ਾਦ ਦਿਖਾਈ ਪਰੈ ਤਰੈ ਕਿਸੀ ਬੇਪਾਵ ਗਜਰੈ। ਜਦੋਂ ਕਹਿੰਦੇ ਉਹ ਸੁਲਹੀ ਖਾਨ ਭੱਠੇ ਦੇ ਉੱਪਰ ਚੜ੍ਹੇ ਤੇ ਵੇਖਣ ਨੂੰ ਤੇ ਭੱਠੇ ਦੇ ਉੱਪਰ ਸਵਾਹ ਦਿਖਾਈ ਦਿੰਦੀ ਸੀ, ਪਰ ਭੱਠੇ ਦੇ ਹੇਠਾਂ ਅੱਗ ਬਲ ਰਹੀ ਸੀ, ਜਿਹੜੀ ਬੜੀ ਭਿਆਨਕ ਅੱਗ ਸੀ। ਉਹ ਇੱਟਾਂ ਪਕਾਉਣ ਵਾਸਤੇ ਬਾਲੀ ਹੋਈ ਸੀ। ਉੱਪਰ ਕਸ਼ੁਕ ਭਸਮ ਕਰ ਹੇਰਾ ਤਰੈ ਕੋਲ ਤਸ ਜਾਨ ਕਨੇਰਾ। ਉਸ ਸੁਲਹੀ ਖਾਨ ਨੇ ਉੱਪਰ ਕੁਝ ਸਵਾਹ ਪਈ ਵੇਖੀ। ਉਹਨੂੰ ਨਹੀਂ ਸੀ ਪਤਾ ਕਿ ਥੱਲੇ ਅੱਗ ਹੈ, ਪਰ ਥੱਲੇ ਧਸ ਜਾਣ ਵਾਲਾ ਵੱਡਾ ਕੋਲ ਜਿਹੜਾ ਉਹ ਖਾਲੀ ਸੀ। ਤੋਂ ਖਾਲੀ ਜਗ੍ਹਾ ਦੇ ਵਿੱਚ ਉਹਦੇ ਘੋੜੇ ਨੇ ਜਿਹੜਾ ਉਹ ਨਿਕਲਿਆ ਜਿੱਤ ਪਰਸ ਪਰ ਧਾਏ ਪਹੁੰਚੇ ਚੜੇ ਬਚਾਵੇ ਚੋਟੀ ਉੱਚੇ। ਉਸ ਵੇਲੇ ਕਹਿੰਦੇ ਜਦੋਂ ਇਹ ਸਾਰੇ ਸੈਨਿਕ ਸੁਲਹੀ ਖਾਨ ਦੇ ਤੇ ਸੁਲਹੀ ਖਾਨ ਆਪ ਘੋੜੇ ਤੇ ਚੜੇ ਹੋਏ ਦੌੜਾ ਕੇ ਜਦੋਂ ਭੱਠੇ ਦੇ ਉੱਪਰ ਚੋਟੀ ਦੇ ਉੱਪਰ ਪਹੁੰਚ ਗਏ ਨੇ, ਗੁਰੂ ਬਾਗ ਦੇ ਧਸ ਗਏ ਐਸੇ ਪ੍ਰਾਣ ਆਣੇ ਤੇ ਬਚੇ ਨਾ ਜੈਸੇ। ਕਹਿੰਦੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਸੀ ਸੁਲਹੀ ਖਾਨ ਸਾਡੇ ਤੱਕ ਨਹੀਂ ਪਹੁੰਚੇਗਾ। ਜਿਵੇਂ ਗੁਰੂ ਅਰਜਨ ਸਾਹਿਬ ਦੇ ਬਚਨ ਸੱਚ ਹੋ ਗਏ। ਸੁਲਹੀ ਖਾਨ ਉਸ ਭੱਠੇ ਦੇ ਵਿੱਚ ਧਸ ਗਿਆ, ਭੱਠੇ ਦੇ ਵਿੱਚ ਡਿੱਗਿਆ, ਉਹਦੇ ਪ੍ਰਾਣ ਨਾਸ਼ ਹੋ ਗਏ, ਬਚ ਨਹੀਂ ਸਕਿਆ। ਤਸਤ ਭਸਮ ਤੇ ਉਛਲਿਓ ਬਲ ਤੇ ਨਿਕਸਿਓ ਗਇਓ ਨਹੀਂ ਤਿਸ ਫਲ ਤੇ। ਸੁਲਹੀ ਖਾਨ ਸਵਾਹ ਦੇ ਵਿੱਚ ਧਸਦਿਆਂ ਅੱਗ ਦੇ ਵਿੱਚ ਪਹੁੰਚ ਗਿਆ। ਉਹਨੇ ਨਿਕਲਣ ਦਾ ਬਹੁਤ ਯਤਨ ਕੀਤਾ, ਬੜੀਆਂ ਛਾਲਾਂ ਮਾਰੀਆਂ, ਪਰ ਨਿਕਲ ਨਾ ਸਕਿਆ। ਬੌਰ ਕਿਓ ਤਿਸ ਹੀ ਮੈਂ ਜਾਏ ਸਾਥੀ ਗਹਿਣ ਰੇਤ ਪੁਤਲਾਏ। ਉਹ ਭੱਠੇ ਦੇ ਵਿੱਚ ਉਸ ਬਲਦੀ ਹੋਈ ਅੱਗ ਦੇ ਵਿੱਚ ਜਾ ਡਿੱਗਿਆ। ਉਸ ਦੇ ਸਾਥੀ ਉਹਨੂੰ ਫੜਨ ਦੀ ਕੱਢਣ ਦੀ ਬੜਾ ਯਤਨ ਕਰਦੇ ਨੇ, ਪਰ ਕੋਈ ਯਤਨ ਨਾ ਚੱਲਿਆ। ਹਾਏ ਹਾਏ ਕਰਦੇ ਤਰ ਪਰਿਓ ਉਛਲ ਤੇ ਸਹੀ ਮੈਂ ਪਰਿਓ। ਕਹਿੰਦੇ ਹਾਏ ਹਾਏ ਕਰਦਾ, ਤੜਪਦਾ, ਪੁਰਸ਼ਦਾ, ਬੜੀਆਂ ਚੀਕਾਂ ਮਾਰਦਾ, ਉਛਲ ਕੇ ਆਵੇ ਦੀ ਅੱਗ ਚੋਂ ਬਾਹਰ ਨੂੰ ਜਾਣ ਦਾ ਯਤਨ ਕਰਦਾ, ਪਰ ਉਤੋਂ ਹਾਲਤ ਮੇ ਕਰ ਕੰਡਾਸਾ ਉਸ਼ਰਤ ਗਿਰੇ ਹੋ ਤਾਹੀਂ ਤੇ ਪਾਸਾ। ਕਹਿੰਦੇ ਉਹਦੇ ਹੱਥ ਵਿੱਚ ਇੱਕ ਡਾਸਾ ਸੀ, ਉਛਲਦਿਆਂ ਉਸ ਦੇ ਕੋਲ ਉਹਦੇ ਉੱਪਰ ਹੀ ਡਿੱਗ ਪਿਆ। ਜਹਾਂ ਕੀ ਬਾਤ ਹੈ ਧਾਰਾ ਤਦ ਸ਼ਿਵ ਧਰਤੇ ਸਿਰ ਪੱਟ ਡਾਰਾ। ਕਹਿੰਦੇ ਉਹ ਗੰਡਾਸਾ ਉਹਦੀ ਆਪਣੀ ਗਰਦਨ ਤੇ ਵੱਜਿਆ, ਗਰਦਨ ਦੇ ਨਾਲ ਉਹਦੀ ਧੌਣ ਕੱਟੀ ਗਈ, ਸਿਰ ਧੜ ਦੇ ਨਾਲ ਕੱਟਿਆ ਗਿਆ। ਅਗਨ ਸਾਥ ਦਿਨ ਭਰਤਾ ਭਇਓ ਤਿਸ ਤੇ ਨਹੀਂ ਨਿਕਸ ਹੋ ਗਇਓ। ਕਹਿੰਦੇ ਅੱਗ ਦੇ ਨਾਲ ਉਹਦਾ ਸਰੀਰ ਭੁੱਜ ਕੇ ਭੜਕਾ ਬਣ ਗਿਆ, ਕਿਸੇ ਵੀ ਕੋਲੋਂ ਵੀ ਸੁਲਹੀ ਖਾਨ ਬਾਹਰ ਨਹੀਂ ਕੱਢਿਆ ਗਿਆ। ਸੁਲਹੀ ਖਾਨ ਦੀ ਉਸ ਭੱਠੇ ਦੇ ਵਿੱਚ ਸੜ ਕੇ ਮੌਤ ਹੋ ਗਈ। ਉਤਲਾਵਤ ਨਰ ਬਸ ਨਾ ਵਸਾਵੇ ਨਿਕਟ ਨਾ ਉਤ ਹਿਤੇ ਉਤ ਜਾਵੇ। ਕਹਿੰਦੇ ਉਹਦੇ ਬੰਦੇ ਕਾਲੇ ਪਏ ਹੋਏ ਸੀ ਕਿ ਕਿਸੇ ਤਰ੍ਹਾਂ ਸੁਲਹੀ ਖਾਨ ਨੂੰ ਬਾਹਰ ਕੱਢੀਏ, ਪਰ ਉਹਨਾਂ ਚੋਂ ਕਿਸੇ ਦਾ ਵਸ ਨਾ ਚੱਲਿਆ। ਅੱਗ ਤੋਂ ਡਰਦੇ ਅੱਗ ਦੇ ਨੇੜੇ ਨਹੀਂ ਸੀ ਜਾਂਦੇ, ਇੱਧਰ ਉੱਧਰ ਦੌੜ ਭੱਜ ਬਥੇਰੀ ਕਰਦੇ ਸੀ, ਪਰ ਅੱਗ ਦੇ ਨੇੜੇ ਨਹੀਂ ਸੀ ਪਹੁੰਚਦੇ। ਪਹੁੰਚੋ ਨਹੀਂ ਨਿਕਾਸਣ ਵਾਰ ਹੋਰਾਟੇ ਕੁਛ ਚੱਲਿਓ ਨਾ ਚਾਰੋ। ਕਹਿੰਦੇ ਉਸ ਵੇਲੇ ਸੁਲਹੀ ਖਾਨ ਨੂੰ ਕੱਢਣ ਵਾਸਤੇ ਕੋਈ ਵੀ ਅੱਗ ਵਿੱਚ ਨਾ ਵੜਿਆ, ਉਹਨਾਂ ਦਾ ਕਿਸੇ ਦਾ ਕੋਈ ਚਾਰਾ ਨਾ ਚੱਲਿਆ। ਅਖੀਰ ਦੂਰ ਫਟ ਕੇ ਖੜੇ ਹੋ ਗਏ। ਆਪ ਜਲਣ ਤੇ ਗਾਤ ਬਚਾਵੇ ਸੋ ਜਲ ਗਇਓ ਨ ਕੋ ਨਿਕਸਾਵੇ। ਕਹਿੰਦੇ ਉਹ ਆਪਣੇ ਆਪ ਨੂੰ ਸੜਨ ਤੋਂ ਬਚਾਉਂਦੇ ਪਏ ਸੀ। ਸੁਲਹੀ ਖਾਨ ਸੜ ਕੇ ਸਵਾਹ ਹੋ ਗਿਆ, ਕਿਸੇ ਨੇ ਉਹਨੂੰ ਬਾਹਰ ਨਹੀਂ ਕੱਢਿਆ। ਰੋਦਤ ਉੱਚੇ ਕਰਤ ਪੁਕਾਰ ਮਰਿਓ ਜਰਤਨ ਬਰੋ ਸਿਰਦਾਰੂ। ਕਹਿੰਦੇ ਉਹ ਪ੍ਰਿਥੀ ਚੰਦ ਦੇ ਸੁਲਹੀ ਖਾਨ ਦੇ ਜਿਹੜੇ ਸਾਥੀ ਸੀ, ਸੈਨਿਕ ਸੀ, ਉੱਚੀ ਉੱਚੀ ਰੋਂਦੇ ਨੇ, ਪੁਕਾਰਾਂ ਕਰਦੇ ਕਿ ਸਾਡਾ ਸਰਦਾਰ ਸੜ ਕੇ ਮਰ ਗਿਆ ਹੈ। ਰੋ ਰਹੇ ਸੀ, ਵਿਰਲਾਪ ਕਰ ਰਹੇ ਸੀ। ਪ੍ਰਿਥੀਆ ਸੁਣ ਧੌਲਤ ਚੜ੍ਹ ਗਇਓ ਕਰਿਓ ਬਿਲੋਕਣ ਪੁਰਖਾ ਭਇਓ। ਇਹ ਜਦੋਂ ਪ੍ਰਿਥੀ ਚੰਦ ਦੇ ਕੰਨਾਂ ਵਿੱਚ ਆਵਾਜ਼ਾਂ ਪਈਆਂ
क्योंकि ਪ੍ਰਿਥੀ ਚੰਦ थोड़ा ਪਿੱਛੇ ਰਹਿ ਗਿਆ ਸੀ। ਦੌੜ ਕੇ ਜਦੋਂ ਭੱਠੇ ਤੇ ਚੜ੍ਹਿਆ, ਜਾ ਕੇ ਵੇਖਦਾ ਸੁਲਹੀ ਖਾਨ ਦਾ ਭੜਥਾ ਬਣਿਆ ਹੋਇਆ ਹੈ। ਸੁਲਹੀ ਖਾਨ ਸੜ ਕੇ ਸਵਾਹ ਹੋ ਚੁੱਕਾ ਸੀ। ਵੱਡੇ ਯਤਨ ਤੇ ਤਪ ਨਿਕਸਾਵਾ, ਚਰਬੀ ਸੇਤ ਦੇ ਦਰਸਾਵਾ। ਕਹਿੰਦੇ ਜਦੋਂ ਕਈ ਯਤਨ ਕਰਨ ਤੋਂ ਬਾਅਦ ਸੁਲਹੀ ਖਾਨ ਦੀ ਦੇਹ ਨੂੰ ਭੱਠੇ 'ਚੋਂ ਕੱਢਿਆ ਗਿਆ ਤੇ ਕਹਿੰਦੇ ਦੇਹ ਦੇ ਵਿੱਚੋਂ ਚਿੱਟੀ ਚਰਬੀ ਦਿਖਾਈ ਦਿੰਦੀ ਸੀ, ਐਨ ਸੜ ਚੁੱਕਾ ਸੀ। ਹਾਏ ਹਾਏ ਕਹਿ ਪ੍ਰਿਥੀ ਜਾਲ ਹੋਇਓ, ਕਾਰਨ ਕੌਣ ਅਚਾਨਕ ਹੋਇਓ। ਪ੍ਰਿਥੀ ਚੰਦ ਹਾਏ ਹਾਏ ਕਰਦਾ, ਰੋਂਦਾ, ਕਹਿੰਦੇ ਹਾਏ ਇਹ ਕੀ ਹੋ ਗਿਆ। ਅੱਖਾਂ 'ਚੋਂ ਹੰਝੂ ਖੇਲਦਾ, ਕਹਿੰਦਾ ਇਹ ਕੀ ਬਣ ਗਿਆ। ਮਿਹਰਬਾਨ ਕੇ ਸਹਿਤ ਪੁਕਾਰੇ, ਅਸਰੂ ਵਿਲੋਚਣ ਤੇ ਗਨ ਡਾਰੇ। ਕਹਿੰਦੇ ਆਪਣੇ ਪੁੱਤਰ ਮਿਹਰਬਾਨ ਨੂੰ ਆਵਾਜ਼ਾਂ ਮਾਰਦਾ, ਚਲਾਉਂਦਾ, ਰੋਲਾ ਪਾਉਂਦਾ, ਪੁੱਤਰਾ ਇਹ ਕੀ ਬਣ ਗਿਆ, ਆਹ ਕੀ ਅਚਾਨਕ ਖੇਡ ਵਰਤ ਗਈ। ਕਹਿੰਦੇ ਮਰਿਓ ਬਹੁਤ ਸੰਗ ਕੇ ਗਏ, ਯਾ ਖੁਦਾਏ ਦੋਜ਼ਖ ਇਹ ਲਹੈ। ਕਈ ਨਾਲ ਦੇ ਕਹਿ ਰਹੇ ਸੀ ਸੁਲਹੀ ਖਾਨ ਬੁਰੀ ਮੌਤ ਮਰਿਆ, ਐ ਖੁਦਾ ਇਹ ਦੋਜ਼ਖ ਪ੍ਰਾਪਤ ਕਰੇਗਾ ਕਿਉਂਕਿ ਇਹਦੀ ਸੜ ਕੇ ਮੌਤ ਹੋਈ ਹੈ। ਇਸਲਾਮ ਧਰਮ ਦੇ ਵਿੱਚ ਜਿਹੜਾ ਸੜ ਕੇ ਮਰਦਾ ਹੈ ਉਹ ਕਹਿੰਦੇ ਨੇ ਇਹ ਦੋਜ਼ਖ ਦੀ ਅੱਗ ਵਿੱਚ ਜਾਏਗਾ। ਇਸ ਕਰਕੇ ਹੀ ਇਸਲਾਮ ਧਰਮ ਵਾਲੇ ਜਿਹੜੇ ਨੇ ਉਹ ਜਦੋਂ ਕੋਈ ਪੁਰਾਣੀ ਸਰੀਰ ਦਾ ਤਿਆਗਦਾ ਤੇ ਉਹਨੂੰ ਦੱਬਦੇ ਨੇ। ਤੇ ਜਦੋਂ ਸੁਲਹੀ ਖਾਨ ਸੜ ਕੇ ਮਰਦਾ ਨਾ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਸੁਲਹੀ ਖਾਨ ਹੈ, ਨਿੰਦਕ ਗੁਰ ਕਿਰਪਾ ਤੇ ਹਟਿਓ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਸਿਰ ਕੇ ਬਾਣ ਸਿਰ ਕਾਟਿਓ। ਸਤਿਗੁਰੂ ਜੀ ਕਹਿੰਦੇ ਨੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ, ਜਿਹੜਾ ਸਾਡਾ ਨਿੰਦਕ ਸਾਡੇ ਤੇ ਚੜ੍ਹਾਈ ਕਰਕੇ ਆ ਰਿਹਾ, ਸਾਨੂੰ ਮਾਰਨਾ ਚਾਹੁੰਦਾ ਸੀ, ਪਰਮੇਸ਼ਰ ਨੇ ਉਹਦਾ ਹੀ ਨਾਸ਼ ਕਰ ਦਿੱਤਾ ਹੈ। ਸੁਲਹੀ ਖਾਨ ਬੁਰੀ ਮੌਤ ਮਰਿਆ, ਦਫਨ ਕਰਨ ਕੋ ਤੁਰਕ ਈਮਾਨ, ਜਲਿਓ ਮਰਿਓ ਦੁਖ ਲਹੈ ਮਹਾਨ। ਇਹਦੇ ਨਾਲ ਦੇ ਸਾਥੀ ਕਹਿ ਰਹੇ ਸੀ ਕਿ ਜਿਹੜਾ ਸੁਲਹੀ ਖਾਨ ਹੈ ਇਹ ਨਿਯਮ ਤੋਂ ਬਾਹਰ ਮਰਿਆ, ਭਾਵ ਤੁਰਕਾਂ ਦਾ ਨਿਯਮ ਹੈ, ਮੁਰਦੇ ਨੂੰ ਦਫਨ ਕਰਦੇ ਨੇ, ਕਬਰ ਦੇ ਵਿੱਚ ਦੱਬਦੇ ਨੇ ਤੇ ਮੁਰਦੇ ਨੂੰ ਸਾੜਨਾ ਮਨਾ ਹੈ। ਉਹਨਾਂ ਦਾ ਵਿਸ਼ਵਾਸ ਹੈ ਕਿ ਜਿਹੜਾ ਮੁਰਦੇ ਨੂੰ ਸਾੜਿਆ ਜਾਂਦਾ ਹੈ ਉਹ ਦੋਜ਼ਖ ਦੀ ਅੱਗ ਵਿੱਚ ਜਾਂਦਾ ਹੈ। ਤੇ ਉਹਦੇ ਸਾਥੀ ਕਹਿ ਰਹੇ ਸੀ ਕਿ ਸੜ ਕੇ ਮਰਿਆ ਮੁਸਲਮਾਨ ਦੁੱਖ ਪ੍ਰਾਪਤ ਕਰਦਾ ਹੈ, ਇਹ ਸੁਲਹੀ ਖਾਨ ਸੜ ਕੇ ਮਰਿਆ, ਇਹ ਦੋਜ਼ਖ ਦੀ ਅੱਗ ਵਿੱਚ ਪਏਗਾ। ਬਹੁਤ ਦੁਸ਼ਾਲਾ ਤਿਸ ਪਰ ਡਾਲਾ, ਖਾਟ ਪਾਏ ਕਰ ਮਹਿਰ ਨਿਕਾਲਾ। ਫਿਰ ਕਹਿੰਦੇ ਉਹਦੇ ਤੇ ਦੁਸ਼ਾਲਾ ਪਾਇਆ ਗਿਆ, ਬਾਹਰ ਕੱਢ ਕੇ ਉਹਨੂੰ ਮੰਜੇ ਤੇ ਪਾਇਆ ਗਿਆ। ਕਬਰ ਕੋਤ ਕਰ ਕਹੀਂ ਤੈ ਦਫਨਾਇਓ, ਸਭ ਮੈਂ ਸੋ ਕੇ ਅਨਿਕ ਬਿਦਤਾ। ਉਸ ਵੇਲੇ ਉਹਦੀ ਇੱਕ ਕਬਰ ਖੋਦੀ ਗਈ, ਕਬਰ ਦੇ ਵਿੱਚ ਉਹਨੂੰ ਦਫਨਾ ਦਿੱਤਾ ਗਿਆ। ਉਸ ਵੇਲੇ ਸਾਰਿਆਂ ਨੇ ਬੜਾ ਸੋਗ ਮਨਾਇਆ ਔਰ ਜਿਹੜਾ ਸੁਲਹੀ ਖਾਨ ਦਾ ਪੁੱਤਰ ਹੈ ਉਹ ਵੀ ਨਾਲ, ਉਹਨੇ ਦੁੱਖ ਮਨਾਇਆ। ਪ੍ਰਿਥੀ ਚੰਦ ਨੇ ਬੜਾ ਦੁੱਖ ਮਹਿਸੂਸ ਕੀਤਾ ਹੈ, ਕਹਿੰਦਾ ਇਹਦੀ ਮੌਤ ਦਾ ਦੋਸ਼ ਮੇਰੇ ਸਿਰ ਤੇ ਆ ਗਿਆ ਹੈ। ਪ੍ਰਿਥੀ ਚੰਦ ਕਹਿੰਦਾ ਕਿ ਮੇਰੇ ਪਿਤਾ ਜੀ ਨੂੰ ਜਲਾ ਕੇ, ਸੁਲਹੀ ਖਾਨ ਦਾ ਪੁੱਤਰ ਕਹਿੰਦਾ ਕਿ ਪ੍ਰਿਥੀ ਚੰਦ ਜਿਹੜਾ ਇਹਨੇ ਮੇਰੇ ਪੁੱਤਰ ਨੂੰ ਜਲਾ ਕੇ ਮਾਰ ਦਿੱਤਾ ਹੈ ਤੇ ਪਿਤਾ ਦੇ ਨਾਲ ਧੋਖਾ ਕੀਤਾ। ਇਸ ਤਰ੍ਹਾਂ ਦੀਆਂ ਗੱਲਾਂ ਸੁਲਹੀ ਖਾਨ ਦੇ ਪੁੱਤਰ ਨੇ ਆਖੀਆਂ। ਕਹਿੰਦਾ ਮੈਂ ਤੇਰਾ ਕਬਰ ਜਾਣ ਗਿਆ ਹਾਂ, ਮੈਂ ਤੇਰਾ ਬਦਲਾ ਜ਼ਰੂਰ ਲਵਾਂਗਾ ਆਪਣੇ ਪਿਤਾ ਦੀ ਮੌਤ ਦਾ। ਸੋ ਪ੍ਰਿਥੀ ਚੰਦ ਡਰ ਜਾਂਦਾ ਹੈ। ਉਹਦੇ ਮਨ ਵਿੱਚ ਸੁਲਹੀ ਖਾਨ ਦੇ ਪੁੱਤਰ ਨੂੰ ਖੁਸ਼ ਕਰਨ ਦੀ ਜਿਹੜੀ ਉਹ ਭਾਵਨਾ ਜਾਗਦੀ, ਹੱਥ ਜੋੜ ਕੇ ਕਹਿੰਦਾ ਕਿ ਅਸੀਂ ਤੇ ਸੁਲਹੀ ਖਾਨ ਨੂੰ ਤੁਹਾਡੇ ਨਾਲੋਂ ਵੀ ਜ਼ਿਆਦਾ ਹਿੰਦੂ ਮੰਨਦੇ ਸੀ, ਪਰ ਹੋਣੀ ਨੂੰ ਟਾਲ ਨਹੀਂ ਸਕਦਾ। ਸੋ ਇਸ ਕਰਕੇ ਕਹਿੰਦਾ ਕਿ ਹੁਣ ਮੈਂ ਕੀ ਕਰ ਸਕਦੇ, ਮੇਰੇ ਵੱਸ ਦੀ ਗੱਲ ਨਹੀਂ। ਪ੍ਰਿਥੀ ਚੰਦ ਕਹਿੰਦਾ ਕਹੋ ਕਹਾ ਕੁਛ ਬਾਤ ਨਾ ਕਹਿ, ਮੁਝ ਤਦ ਚੜ੍ਹਿਓ ਤੁਰਤ ਭਾਤ ਹੈ। ਪ੍ਰਿਥੀ ਚੰਦ ਕਹਿੰਦਾ ਮੈਂ ਕੀ ਆਖਾਂ, ਮੇਰੇ ਕਹਿਣ ਦੀ ਤੇ ਗੱਲ ਕੋਈ ਨਹੀਂ ਹੁੰਦੀ। ਕਹਿੰਦਾ ਮੈਂ ਪਿੱਛੇ ਰਹਿ ਗਿਆ ਸੀ ਤੇ ਸੁਲਹੀ ਖਾਨ ਘੋੜਾ ਦੌੜਾ ਕੇ ਆਵੇ ਦੇ ਉੱਪਰ ਜਾ ਚੜਿਆ, ਸੜ ਕੇ ਮਰ ਗਿਆ ਤੇ ਮੇਰਾ ਇਹਦੇ ਵਿੱਚ ਕੀ ਦੋਸ਼ ਹੈ। ਅਪਰ ਅਨੇਕ ਦੀਨਤਾ ਲਹਿ ਲਹਿ, ਸਮਝਾਵਤ ਦੋ ਭੰਤਣ ਕਹਿ ਕਹਿ। ਪ੍ਰਿਥੀ ਚੰਦ ਨੇ ਬੜੀ ਨਿਮਰਤਾ ਜੀ ਰੱਖ ਕੇ ਬੜੀਆਂ ਗੱਲਾਂ ਕਹਿ ਕੇ ਸੁਲਹੀ ਖਾਨ ਦੇ ਪੁੱਤਰ ਨੂੰ ਸਮਝਾਉਣ ਦਾ ਯਤਨ ਕੀਤਾ ਹੈ।
तिन संकट को गण धन दीनो, नीत नीत परचावण कीनो। प्रिथी चंद ने सुरी खां दे साथियां नूं कहंदे बड़ा धन दिता है, ज्यों ते उन्हां नूं पहलाउण दा यतन कीता किते मैनूं जिहड़ी कोई सज़ा ना दिवा देण, सुरी खां दी मौत दा मेरे ते दोष ना दे, मैनूं गिरफ्तार ना कर लैण। इस तरह प्रिथी चंद ने उन्हां नूं मनाया। अपर दुशाले वस्त्र अशेरे, बाजी चंबल सुघोड़ बड़े। होर चंगे चंगे दुशाले वस्त्र, चंचल घोड़े वड्डे मुੱਲ वाले, ये सारा कुछ उन्होंने देख के प्रिथी चंद ने उन्होंने मनाने का यतन किया। धर्म समेत विनय भोगीन, सुलही सुख को प्रीतिए दीन। प्रिथी चंद ने सुलही खां के पुत्र को निम्रता सहित बहुत सारा धन दिता है। बहुत बेनतियां कीतियां कि मेरा की दोष है, मैनू छड्ड के तुहाडे पिता की अचानक भट्ठे ते जा चढ़े सी। ओ दिन रह कर दिल्ली गयो, जहाँ कीर के टिक कह दयो। कुछ दिन रह के सुलही खां का पुत्र दिल्ली वापस चले गया, जहाँ कीर में जाके सारी गलबात सारा वृतांत उन्हें दसिया कि जरे अचानक आवे जाए, होनहार न मिटे कदाई। सुलही खां का पुत्र जहांगीर को कहते कि मेरे पिता जी भट्ठे से अचानक जल गए, होनी कोई टाल नहीं सकता, मेरे पिता की मौत हो गई है। पिलथिया रो सूरत भारो, श्री अर्जन श्राप्यो तन जारो। ते प्रिथी चंद का जड़ा झूरना है, ये बारे भी सुलही खां का पुत्र दसदा कि प्रिथी चंद बड़ा दुखी है। उन्होंने भरा गुरु अर्जन साहब के बचन के नाल मेरे पिता का शरीर जल के सुआह हो गया। कैसे बचे सुखी पुर को, कौन बचाए दियो सत्यो सो धुर को। भाई संतोख सिंह जी लिखते हैं जोड़ा गुरु का दुखी है वह भला किवें हो सकता है। गुरु के दुखी का जोड़ा कदे भला नहीं होता। जिहड़े धुर तो प्रभु वालों मारे हुए ने उन्होंने कौन बचा सकता है। परमात्मा गुरु के दोखियां सख्त सजावां दिंदा है। श्राप दयो गुर शब्द बनाए, सो मैं लिखे बने इस ठाए। भाई संतोख सिंह जी कहते हैं जोड़ा उस वेले धन गुरु अर्जन साहब जी ने बचन आख्या सी, वो मैं इत्थे लिखदा कि गुरु अर्जन साहब जी ने किहड़े बचन आखे सी सुलही खां की मौत में। बिलावल महला पंजवा। बिलावल राग के अंदर धन गुरु अर्जन साहब जी के बचन ने कि सुलही के नारायण राख, सुलही का हाथ कहीं न पहुँचे, सुलही हुए हुआ ना पाक। धन गुरु अर्जन साहब जी बचन करते हैं कि अकाल पुरख वाहिगुरू जी ने सुलही खान को सानू आप हाथ दे के बचा लिया है। सुलही का जुल्म भरिया हथ साढ़े तक पहुँच नहीं सकिया। मलीन बुद्धि वाला भैड़ी मत वाला सुलही खान सड़ के सुआह हो गया है, नापाक होकर मरिया है। क्योंकि मुसलमान सड़ के मरण को अपवित्र मानते हैं। सतगुरु जी कहते सुलही खान सड़ के सुआह हो गया है, सुलही खान की मौत चंगी नहीं। काट उतार कसम सिर काटिया, खिन मैं होए गया है काक। साडे मालिक साडे पति परमात्मा वाहिगुरू जी ने मन अपने हुक्म रूपी कुहाड़े के नाल सुलही खां का सिर वढ़ के रख दिता है। एक खिन के विच सुलही खां का वजूद मिट गया है, खाक हो गया है। मंदा चितवत चितवत पचया, जिन रचया तिन दीना धाक। गुरु अर्जन साहब कहते दूजियां का बुरा सोचता सोचता आप ही सड़ के मर गया। हाँ, असल में जिस परमात्मा ने पैदा किया है उस वाहिगुरू ने उस सुलही खान अग के धक्का दे के साड़ के सुआह कर दिता है। पुत्र मीत तन किशु न रहियो, सुख छोड़ गया सब भाई साक। धन गुरु अर्जन साहब कहते उसका पुत्र मित्र धन कुछ भी नहीं रहा। उन्होंने वास्ते तो सारा कुछ नाश हो गया है, क्योंकि वो आप जो नाश हो गया है। तो सतगुरु कहते अपने सारे भरावां संबंधियों को छड्ड के सुलही खान तुर के इस संसार तो कहो नानक तिस प्रभ बलिहारी, जिन जन का कीनो पूरन वाक। धन गुरु अर्जन
ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਮੈਂ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਕੁਰਬਾਨ ਹਾਂ, ਜਿਸ ਪਰਮਾਤਮਾ ਨੇ ਆਪਣੇ ਸੇਵਕ ਦਾ ਵਚਨ ਪੂਰਾ ਕੀਤਾ। ਅਰਦਾਸ ਸੁਣੀ, ਜਿਹੜਾ ਸੁਲਹੀ ਖਾਨ ਸਾਡੇ ਤੇ ਚੜ੍ਹਾਈ ਕਰਕੇ ਆ ਰਿਹਾ ਸੀ, ਉਹ ਸਾਡੇ ਤੱਕ ਪਹੁੰਚਣ ਹੀ ਨਹੀਂ ਦਿੱਤਾ। ਰਾਹ ਵਿੱਚ ਪਰਮਾਤਮਾ ਨੇ ਉਹਨੂੰ ਸਾੜ ਕੇ ਸਵਾਹ ਕਰ ਦਿੱਤਾ ਹੈ। ਸੋ ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਨੇ ਇਹ ਵਚਨ ਆਖੇ, ਦੋਹਰਾ ਸ਼੍ਰੀ ਅਰਜਨ ਕੋ ਬੁਰਾ ਨਿਤ ਚਿਤਵਤ ਚਿਤਵਤ ਕੀਚ, ਬਸ ਨਾ ਬਸਾਇਓ ਮੂਡ ਕੋ ਭਰਿਓ ਸੋ ਦੋਜਕ ਬੀਚ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸੁਲਹੀ ਖਾਨ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਨਿਤ ਬੁਰਾ ਸੋਚਦਾ ਸੀ, ਸਤਿਗੁਰੂ ਜੀ ਨੂੰ ਮਾਰਨ ਦੀਆਂ ਸੋਚਾਂ ਸੋਚਦਾ, ਪਰ ਉਸ ਮੂਰਖ ਦਾ ਕੋਈ ਵੱਸ ਨਹੀਂ ਚੱਲਿਆ। ਧੰਨ ਗੁਰੂ ਅਰਜਨ ਸਾਹਿਬ ਦਾ ਵਾਲ ਵੀ ਰਿੰਗਾ ਨਹੀਂ ਕਰ ਸਕਿਆ, ਸਗੋਂ ਆਪ ਅੱਗ ਵਿੱਚ ਸੜ ਕੇ ਸਵਾਹ ਹੋਇਆ ਤੇ ਨਰਕਾਂ ਦੀ ਦੋਜ਼ਖ ਦੀ ਅੱਗ ਵਿੱਚ ਜਾ ਪਿਆ। ਚੌਪਈ ਗੁਰ ਦੋਖੀ ਕੀ ਦੁਰਗਤ ਹੋਏ, ਹਿੰਦੂ ਕਿਲੋ ਤਰਕ ਵੈ ਕੋਏ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਭਾਈ ਕੋਈ ਹਿੰਦੂ ਹੋਵੇ, ਕੋਈ ਤੁਰਕ ਹੋਵੇ, ਜਿਹੜਾ ਗੁਰੂ ਦਾ ਲੋਕੀ ਹੈ ਉਹਦੀ ਬੁਰੀ ਹਾਲਤ ਹੁੰਦੀ ਹੈ। ਗੁਰੂ ਦੀ ਬੁਰਾਈ ਕਰਨ ਵਾਲਾ ਜਿਹੜਾ ਹੈ ਉਹ ਕਦੇ ਵੀ ਉਹਦਾ ਭਲਾ ਨਹੀਂ ਹੁੰਦਾ। ਇੰਦਰ ਹਾਲ ਗੁਰ ਦੋਖ ਨ ਤਿਸ਼ਟੈ, ਦੁੱਖ ਸਜਾਏ ਲੈ ਪਦ ਤੇ ਤਿਸ਼ਟੈ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਗੁਰੂ ਦੀ ਬੁਰਾਈ ਕਰਨ ਤੇ ਇੰਦਰ ਵਰਗੇ ਦੇਵਤੇ ਦਾ ਸਰੀਰ ਸਥਿਰ ਨਹੀਂ ਰਿਹਾ, ਦੁੱਖ ਤੇ ਸਦਾ ਪਾਉਣੀ ਪਈ, ਆਪਣੀ ਪਦਵੀ ਤੋਂ ਡਿੱਗ ਪਿਆ। ਤੇ ਇਸ ਲਈ ਖਾਨ ਕੌਣ ਸੀ? ਖਿਮਾ ਨਿਧਾਨ ਗੁਰੂ ਨੇ ਦਸੈ, ਆਪ ਪਰਮੇਸ਼ਰ ਨਾਸੈ ਤਿਸੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਗੁਰੂ ਖਿਮਾ ਦਾ ਖਜ਼ਾਨਾ ਹੈ। ਸਤਿਗੁਰੂ ਜੀ ਕਦੇ ਕਿਸੇ ਦਾ ਗੁੱਸਾ ਨਹੀਂ ਕਰਦੇ। ਗੁਰੂ ਅਰਜਨ ਸਾਹਿਬ ਨੇ ਸੁਲਹੀ ਖਾਨ ਨੂੰ ਕੋਈ ਸਜ਼ਾ ਨਹੀਂ ਦਿੱਤੀ, ਸਗੋਂ ਆਪ ਪਰਮੇਸ਼ਰ ਨਾਸੈ ਤਿਸੈ, ਆਪ ਪਰਮੇਸ਼ਰ ਨੇ ਗੁਰੂ ਜੀ ਦੇ ਦੋਖੀਆਂ ਦਾ ਨਾਸ਼ ਕਰ ਦਿੱਤਾ ਹੈ। ਹੋਏ ਦਰਗਾਹ ਵਿਖੇ ਮੁਖਕਾਰਾ, ਮਰਗ ਮੌਤ ਪਰ ਨਰਕ ਮਝਾਰਾ। ਤੋਂ ਭਾਈ ਸਾਹਿਬ ਜੀ ਕਹਿੰਦੇ ਨੇ, ਪਰਮਾਤਮਾ ਦੀ ਦਰਗਾਹ ਵਿੱਚ ਐਸੇ ਗੁਰੂ ਨਿੰਦਕਾਂ ਦਾ ਮੂੰਹ ਕਾਲਾ ਹੁੰਦਾ ਹੈ, ਬੁਰੀ ਮੌਤ ਮਰ ਕੇ ਨਰਕਾਂ ਵਿੱਚ ਪੈਂਦੇ ਨੇ ਜਿਹੜੇ ਗੁਰੂ ਦੀ ਨਿੰਦਿਆ ਕਰਦੇ ਨੇ। ਸਭ